ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰ ਰਹੇ ਹਾਂ। ਜਿਵੇਂ ਪਿਛਲੀ ਵਿਚਾਰ ਦੇ ਅੰਦਰ ਆਪਾਂ ਨੇ ਗੁਰਬਾਣੀ ਤੋਂ ਸੂਝੀ ਪ੍ਰਾਪਤ ਕੀਤੀ, ਜਪ ਬਾਰੇ ਕਿ ਗੁਰਬਾਣੀ ਦੇ ਅੰਦਰ ਵਾਰ-ਵਾਰ ਜਪਣ ਦਾ ਵੀ ਸੰਕੇਤ ਮਿਲਦਾ ਹੈ। ਸੋ ਅੱਜ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰਾਂਗੇ ਕਿ ਕਈ ਵਚਨ ਗੁਰਬਾਣੀ 'ਚ ਇਸ ਤਰ੍ਹਾਂ ਵੀ ਲਿਖੇ ਮਿਲਦੇ ਹਨ ਕਿ ਜਿਨ੍ਹਾਂ ਵਿੱਚ ਇੱਕ ਵਾਰ ਨਾਮ ਜਪਣ ਦੀ ਗੱਲ ਆਉਂਦੀ ਹੈ। ਸੋ ਉਹਨਾਂ ਵਚਨਾਂ ਨੂੰ ਵਿਚਾਰਾਂਗੇ ਗੁਰ ਕਿਰਪਾ ਦੁਆਰਾ। ਸੋ ਇਸ ਗੱਲ ਦੀ ਤਾਂ ਪੂਰੀ ਸੋਝੀ ਗੁਰਬਾਣੀ 'ਚੋਂ ਆ ਚੁੱਕੀ ਹੈ ਕਿ ਜਪ ਦਾ ਅਰਥ ਹੁੰਦਾ ਹੈ ਸਮਝਣਾ, ਵਿਚਾਰਨਾ, ਜਾਣਨਾ, ਬੁੱਝਣਾ। ਸੋ ਜਿਵੇਂ ਪਾਤਸ਼ਾਹ ਗੁਰਬਾਣੀ ਦੇ ਅੰਦਰ ਸੁਖਮਨੀ ਦੇ ਵਿੱਚ ਵਚਨ ਕਰਦੇ ਹੈ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ। ਅੰਗ 265 ਦੇ ਉੱਪਰ ਕਿ ਨਹੀਂ ਤੁਲ ਰਾਮ ਨਾਮ ਵਿਚਾਰ, ਕਿ ਜਿਹੜਾ ਰਾਮ ਹੈ ਉਹਦਾ ਜਿਹੜਾ ਨਾਮ ਹੈ ਉਹ ਵਿਚਾਰ ਰੂਪ ਚ ਹੁੰਦਾ ਹੈ। ਉਹਦੇ ਬਰਾਬਰ ਕੋਈ ਸੰਸਾਰ ਦੀ ਵਿਚਾਰ ਨਹੀਂ ਹੈ, ਕਿਉਂਕਿ ਜਿਹੜਾ ਰਾਮ ਹੈ ਉਹ ਸਾਡਾ ਮੂਲ ਹੈ। ਸੋ ਰਾਮ ਦੀ ਜਿਹੜਾ ਸੁਗਿਆਨ ਹੈ, ਨਾਮ ਹੁੰਦਾ ਹੈ ਸੁਗਿਆਨ, ਜੋ ਅੱਖਰਾਂ ਵਿੱਚ ਦਰਜ ਹੈ। ਅੱਖਰੀ ਨਾਮ, ਅੱਖਰੀ ਗਿਆਨ। ਉੱਥੇ ਪਾਤਸ਼ਾਹ ਨੇ ਲਿਖਿਆ ਕਿ ਅੱਖਰਾਂ ਦੇ ਵਿੱਚ ਜਿਹੜਾ ਨਾਮ ਹੈ ਉਹ ਗਿਆਨ ਹੀ ਹੈ। ਸੋ ਉਸ ਦੀ ਵਿਚਾਰ ਹੀ ਹੋ ਸਕਦੀ ਹੈ, ਉਸ ਨੂੰ ਸਮਝਿਆ ਜਾ ਸਕਦਾ ਹੈ, ਜਾਣਿਆ ਜਾ ਸਕਦਾ ਹੈ, ਬੁੱਝਿਆ ਜਾ ਸਕਦਾ ਹੈ। ਸੋ ਪਾਤਸ਼ਾਹ ਕਹਿੰਦੇ ਰਾਮ ਨਾਮ ਦੇ ਬਰਾਬਰ ਕੋਈ ਇਸ ਸੰਸਾਰ ਦੇ ਵਿੱਚ ਚੀਜ਼ ਨਹੀਂ ਹੈ। ਜਿਵੇਂ ਕਬੀਰ ਸਾਹਿਬ ਜੀ ਵੀ ਕਹਿੰਦੇ ਆ, ਰਾਜਾ ਰਾਮ ਰਾਏ ਮੋਰਾ ਬ੍ਰਹਮ ਗਿਆਨ। ਸੋ ਪਾਤਸ਼ਾਹ ਕਹਿੰਦੇ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਨਾਨਕ ਜੀ ਪਾਤਸ਼ਾਹ ਕਹਿੰਦੇ ਗੁਰਮੁਖ ਨਾਮ ਜਪੀਐ ਇੱਕ ਵਾਰ, ਕਿ ਜਦੋਂ ਗੁਰਮਤਿ ਦੀ ਸੋਝੀ ਆਉਂਦੀ ਹੈ ਬੁੱਧੀ ਨੂੰ, ਜੀਵਾਤਮਾ ਨੂੰ, ਜੀਵ ਨੂੰ, ਤਾਂ ਹੁਣ ਦੇਖੋ ਇੱਥੇ ਜਿਹੜਾ ਨਾਮ ਸ਼ਬਦ ਇਹਦੇ ਥੱਲੇ ਔਂਕੜ ਹੈ ਕਿ ਨਾਮ ਹੈ ਜਿਹੜਾ ਦਰਗਾਹਾਂ ਦੇ ਵਿੱਚੋਂ, ਸੱਚਖੰਡ ਦੇ ਵਿੱਚੋਂ ਜਿਹੜਾ ਸਾਨੂੰ ਮਿਲਣਾ, ਭਾਵ ਕਿ ਸਾਡੇ ਅੰਦਰੋਂ ਜਿਹੜਾ ਫੁਰਦ ਹੈ, ਜਪੀਐ ਇੱਕ ਵਾਰ। ਉਸ ਦੀ ਜਿਹੜੀ ਸੋਝੀ ਆਉਂਦੀ ਹੈ, ਉਹਦੀ ਜਿਹੜੀ ਸਮਝ ਆਉਂਦੀ ਹੈ, ਉਹ ਜਿੰਨਾ ਚਿਰ ਇਹ ਜੋਤੀ ਤੇ ਜੋਤ ਇੱਕ ਨਹੀਂ ਹੁੰਦੀਆਂ ਉਨਾ ਚਿਰ ਨਹੀਂ ਆਉਂਦੀ। ਸਾਡੇ ਕੋਲ ਸਮਾਂ ਆ ਜੋ ਮਨੁੱਖਾ ਤਨ ਦੇ ਅੰਦਰ ਅਸੀਂ ਇੱਕ ਹੋ ਸਕਦੇ ਹਾਂ। ਜਿਹੜੀ ਗੁਰਬਾਣੀ ਹੈ ਸਾਨੂੰ ਇੱਕ ਕਰਦੀ ਹੈ। ਇੱਕ ਹੋਣ ਤੋਂ ਬਾਅਦ ਜਿਹੜੀ ਸਾਡੇ ਹਿਰਦੇ 'ਚੋਂ ਸੋਝੀ ਪ੍ਰਗਟ ਹੋਣੀ ਹੈ ਉਹ ਨਾਮ ਹੈ। ਜਿਵੇਂ ਪਾਤਸ਼ਾਹ ਸੁਖਮਨੀ ਦੇ ਵਿੱਚ ਹੀ ਕਹਿੰਦੇ ਆ, ਕਿਨਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਕਿ ਉਸ ਜੀਵ ਦੀ ਤਾਂ ਫਿਰ ਮਹਿਮਾ ਗਣੀ ਨਹੀਂ ਜਾ ਸਕਦੀ, ਭਾਵ ਕਿ ਉਹ ਸਵੈਮ ਆਪ ਹੀ ਸੱਚਖੰਡ ਦਾ ਹਿੱਸਾ ਹੋ ਜਾਂਦਾ ਹੈ, ਉਹ ਆਪਣੇ ਮੂਲ ਨੂੰ ਪਛਾਣ ਲੈਂਦਾ ਹੈ। ਕਿਨਕਾ ਏਕ ਜਿਸ ਜੀਵ ਵਸਾਵੈ, ਇੱਕ ਕਿਣਕੇ ਜਿੰਨਾ ਹੀ ਸਾਡੇ ਅੰਦਰ ਭਰਮ ਹੈ, ਇੱਕ ਕਿਣਕੇ ਜਿੰਨੀ ਹੀ ਸਾਨੂੰ ਸੋਝੀ ਆਉਣੀ ਹੈ। ਭਾਵ ਕਿ ਭਰਮ ਦਾ ਕਿਣਕਾ ਖਤਮ ਹੋ ਜਾਣਾ, ਨਾਮ ਦਾ ਕਿਣਕਾ ਪ੍ਰਾਪਤ ਹੋ ਜਾਣਾ, ਤੇ ਜਿਹੜਾ ਜੀ ਹੈ ਇਹਨੇ ਵਸ ਜਾਣਾ, ਇਹਨੇ ਹਿਰਦੇ ਵਿੱਚ ਚਲੇ ਜਾਣਾ। ਸੋ ਇਸ ਤਰੀਕੇ ਨਾਲ ਗੁਰਬਾਣੀ ਦੇ ਅੰਦਰ ਪਾਤਸ਼ਾਹ ਬੜੇ ਵਚਨ ਕਰਦੇ ਆ। ਜਿਵੇਂ ਪਾਤਸ਼ਾਹ ਕਹਿੰਦੇ ਆ ਅੰਗ 728 ਦੇ ਉੱਪਰ ਵੀ, ਜਪਹੁ ਤਾਂ ਇੱਕੋ ਨਾਮਾ ਅਵਰਨ ਰਾਫਲ ਕੰਮ ਰਹਾਓ। ਜਪਹੁ ਤਾਂ ਇੱਕੋ ਨਾਮਾ, ਇੱਕ ਹੋ। ਜਿਹੜਾ ਨਾਮ ਹੈ, ਨਾਮ ਪ੍ਰਾਪਤ ਕਰਨ ਵਾਸਤੇ ਆਇਆ ਜਿਹੜਾ ਮਨ ਨੇ ਉਹ ਗਿਆਨ ਪ੍ਰਾਪਤ ਕਰਨਾ ਹੈ, ਉਸ ਨਾਮ ਨੂੰ ਪ੍ਰਾਪਤ ਕਰਨਾ ਹੈ। ਇਹਨੂੰ ਸੰਬੋਧਨ ਕੀਤਾ ਗਿਆ ਕਿ ਤੈਨੂੰ ਨਾਮ ਪ੍ਰਾਪਤ ਕਰਨ ਵਾਸਤੇ ਇੱਕ ਹੋਣਾ ਪਊਗਾ। ਇੱਕ ਕਿਵੇਂ ਹੋਊਗਾ? ਜਪੋ, ਜੇ ਤੂੰ ਸਮਝੇਗਾ।
ਜਿਵੇਂ ਪਾਤਸ਼ਾਹ ਕਹਿੰਦੇ ਇੱਕ ਹੋਏ ਤਾਂ, ਇੱਕ ਤਾਂ ਹੋਵੇਗਾ, ਉਗਵੇ। ਪਹਿਲਾਂ ਇੱਕ ਹੋਣਾ ਫਿਰ ਉਗਣਾ, ਇੱਕ ਹੋਏ ਤਾਂ ਉਗਵੇ। ਪਹਿਲਾਂ ਗੁਰਬਾਣੀ ਦੀ ਮਦਦ ਨਾਲ ਇੱਕ ਹੋਇਆ ਜਾਊਗਾ, ਬਾਣੀ ਦੀ ਮਦਦ ਦੇ ਨਾਲ ਉਗਿਆ ਜਾਊਗਾ, ਭਾਵ ਕਿ ਆਪਣੇ ਆਪ ਦੀ ਪੂਰੀ ਸੋਝੀ ਆਊਗੀ। ਅਵਰ ਨਰਾਫਲ ਕਾਮਾ, ਕਹਿੰਦੇ ਹੋਰ ਜਿੰਨੀਆਂ ਵੀ ਤੇਰੀਆਂ ਇੱਛਾਵਾਂ ਨੇ, ਕਾਮਾਂ ਹੁੰਦੀਆਂ ਕਾਮਨਾਵਾਂ, ਕਾਮ ਇੱਛਾ, ਮਾਇਆ ਦੀ ਭੁੱਖ, ਉਹ ਨਿਰਾਫਲ ਹੈ, ਉਹ ਕਿਸੇ ਕੰਮ ਨਹੀਂ ਹੈ। ਸਿਰਫ ਤੂੰ ਜਪਣ ਵਾਸਤੇ ਆਇਆ ਹੋਇਆ ਹੈ। ਆ ਜਿੰਨਾ ਤੇਰੇ ਕੋਲ ਸਰੀਰ ਕਰਕੇ ਸਮਾਂ, ਤੂੰ ਇਹਦੇ ਅੰਦਰ ਵੱਧ ਤੋਂ ਵੱਧ ਜਪ। ਸੋ ਪਾਤਸ਼ਾਹ ਕਹਿੰਦੇ ਆ, ਕੁਝ ਤਰਕ ਵੀ ਕਰਦੇ ਆ ਕਿ ਜਿਹੜੇ ਧਰਮ ਦੇ ਲੋਕ ਕਹਿੰਦੇ ਵੀ ਅਸੀਂ ਵੀ ਨਾਮ ਜਪਦੇ ਹਾਂ, ਉਹਨਾਂ ਨੂੰ ਗੁਰਬਾਣੀ ਨੇ ਸੁਧਾਰਨ ਵਾਸਤੇ, ਉਹਨਾਂ ਨੂੰ ਸ੍ਰੇਸ਼ਟ ਸੁਗਿਆਨ ਦੇਣ ਵਾਸਤੇ ਉਹਨਾਂ ਨੂੰ ਸਮਝੌਤੀ ਵੀ ਦਿੱਤੀ ਹੈ, ਸਿੱਖਿਆ ਵੀ ਦਿੱਤੀ ਹੈ। ਹੇ ਮੇਰੇ ਮਨਾ, ਇਹ ਤੂੰ ਹੁਣ ਆਪਣੇ ਅੰਦਰ ਝਾਤੀ ਮਾਰੀ। ਪਾਤਸ਼ਾਹ ਕਹਿੰਦੇ 66 ਅੰਗ ਦੇ ਉੱਪਰ ਪਾਠ ਪੜ੍ਹੈ ਨਾ ਬੁੱਝੇ, ਭੇਖੀ ਭਰਮ ਭੁਲਾਏ। ਵੀ ਤੂੰ ਪਾਠ ਜ਼ਰੂਰ ਪੜ੍ਹਦਾ ਹੈ, ਗੁਰਬਾਣੀ ਪੜ੍ਹਦਾ ਹੀ ਆ, ਨਾ ਬੁੱਝੇ, ਪਰ ਤੂੰ ਬੁੱਝਦਾ ਕੁਛ ਨਹੀਂ। ਬੁੱਝਤ ਭਾਵ ਕਿ ਜਾਣਦਾ ਕੁਛ ਨਹੀਂ, ਸਮਝਦਾ ਕੁਛ ਨਹੀਂ, ਪਛਾਣਦਾ ਕੁਛ ਨਹੀਂ। ਭੇਖੀ ਭਰਮ ਭੁਲਾਏ, ਬਸ ਇੱਕ ਭੇਖ ਜ਼ਰੂਰ ਪਾ ਲਿਆ, ਔਰ ਭੇਖ ਦੇ ਵਿੱਚ ਭਰਮ ਪੈਦਾ ਹੋ ਗਿਆ। ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਵਾਸ ਨਰਕ ਮੋਲੀਨ। ਫਿਰ ਹੇ ਮੇਰੇ ਮਨਾ, ਇਸੇ ਸਰੀਰ ਦੇ ਅੰਦਰ ਹੀ ਰਹੇਗਾ। ਪਰ ਦੂਸਰੇ ਪਾਸੇ ਉਹ ਵੀ ਗੁਰਮੁਖ ਨੇ, ਗੁਰਮਤੀ ਹਰ ਸਦਾ ਪਾਇਆ, ਰਸਨਾ ਹਰ ਰਸ ਸਮਾਏ। ਕਿ ਜਿਹੜੇ ਗੁਰ ਦੀ ਮੱਤ ਨਾਲ ਚੱਲਦੇ ਆ, ਗੁਰਬਾਣੀ ਦੀ ਸੋਝੀ ਨਾਲ ਚੱਲਦੇ ਆ, ਉਹਨਾਂ ਨੇ ਹਰ ਹੈ ਜਿਹੜਾ ਉਹ ਸਦਾ ਹੀ ਪਾਇਆ ਹੁੰਦਾ, ਭਾਵ ਕਿ ਆਪਣੇ ਮੂਲ ਨਾਲ ਸਦਾ ਹੀ ਜੁੜੇ ਰਹਿੰਦੇ ਨੇ। ਰਸਨਾ ਹਰ ਰਸ ਸਮਾਏ, ਉਹਨਾਂ ਦੀ ਜਿਹੜੀ ਰਸਨਾ ਹੈ, ਰਸਨਾ ਹੁੰਦੀ ਹੈ ਜੀਵ, ਬੁੱਧੀ, ਪਰ ਸਾਡੇ ਪ੍ਰਚਲਿਤ ਰਸਨਾ ਜੀਵ ਨੂੰ ਆਖਦੇ ਆ, ਗੁਰਬਾਣੀ ਜੀਵ ਨੂੰ ਰਸਨਾ ਨਹੀਂ ਮੰਨਦੀ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਜਿਹੜਾ ਪ੍ਰਭ ਹੈ ਉਹਦਾ ਜਿਹੜਾ ਜੀ ਹੈ, ਉਹਦਾ ਮਨ ਹੈ, ਉਹਦੀ ਰਸਨਾ ਹੈ। ਮਨ ਦੇ ਉੱਪਰ ਹੀ ਵਸਦਾ, ਹੁਕਮ ਉੱਪਰ ਨਹੀਂ ਹੁੰਦਾ। ਸਮਰੱਥ ਗੁਰੂ ਸਿਰ ਹੱਥ ਧਰਿਓ, ਹੁਕਮ ਉੱਪਰ ਚੱਲਦਾ ਉਹਦੇ। ਉਹਨੂੰ ਸੋਝੀ ਇਹ ਹੁੰਦੀ ਹੈ ਵੀ ਹੁਕਮ ਦੇ ਵਿੱਚ ਸਾਰਾ ਕੁਝ ਹੋ ਰਿਹਾ, ਹੁਕਮ ਤੋਂ ਬਾਹਰ ਕੁਛ ਨਹੀਂ ਹੋ ਰਿਹਾ। ਤਾਂ ਹੀ ਪਾਤਸ਼ਾਹ ਲਿਖ ਰਸਨਾ ਹਰ ਰਸ ਸਮਾਏ, ਕਿ ਉਹਦੀ ਜਿਹੜੀ ਬੁੱਧੀ ਹੈ ਉਹ ਹਰ ਰਸ ਦੇ ਵਿੱਚ ਸਮਾਈ ਰਹਿੰਦੀ ਹੈ, ਭਾਵ ਕਿ ਵਿਵੇਕ ਬੁੱਧ ਨਾਲ ਜੁੜੀ ਰਹਿੰਦੀ ਹੈ, ਹੁਕਮ ਨਾਲ ਜੁੜੀ ਰਹਿੰਦੀ ਹੈ। ਸੋ ਅੱਗੇ ਇੱਕ ਵਚਨ ਪਾਤਸ਼ਾਹ ਕਰਦੇ ਆ, ਬੜੀ ਹੈਰਾਨੀ ਹੁੰਦੀ ਹੈ ਜਦੋਂ ਇਹਨਾਂ ਵਚਨਾਂ ਨੂੰ ਵਿਚਾਰਿਆ ਜਾਂਦਾ ਹੈ ਵੀ ਹੇ ਮੇਰੇ ਮਨਾ, ਵੀ ਕਿਤੇ ਤੂੰ ਵੀ ਇਸ ਤਰ੍ਹਾਂ ਦਾ ਤਾਂ ਨਹੀਂ ਕੁਛ ਕਰ ਰਿਹਾ। ਜਿਵੇਂ ਪਾਤਸ਼ਾਹ 491 ਪੰਨੇ ਦੇ ਅੰਗ ਦੇ ਉੱਪਰ ਵਚਨ ਕਰਦੇ ਆ, ਰਾਮ ਰਾਮ ਸਭ ਕੋ ਕਹਿ, ਕਹਿਆ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਬਸੈ, ਤਾਂ ਫਲ ਪਾਵੈ ਕੋਈ। ਹੁਣ ਹੇ ਮੇਰੇ ਮਨਾ, ਤੂੰ ਆਪਣੇ ਅੰਦਰ ਝਾਤੀ ਮਾਰ ਕੇ ਵੇਖ, ਕਿਉਂਕਿ ਉਸ ਵੇਲੇ ਤਾਂ ਚਲੋ ਉਹ ਰਾਮ ਰਾਮ ਕਰਦੇ ਸੀ, ਉਹਨਾਂ ਨੂੰ ਪਾਤਸ਼ਾਹ ਨੇ ਕਹਿਤਾ, ਪਰ ਅੱਜ ਤੂੰ ਵੀ ਤਾਂ ਕੁਛ ਕਰ ਰਿਹਾ, ਤੂੰ ਵੀ ਤਾਂ ਇੱਕ ਸ਼ਬਦ ਨੂੰ ਬਾਰ-ਬਾਰ, ਜਿਹਨੂੰ ਤੂੰ ਜਪਣਾ ਮੰਨ ਰਿਹਾ, ਪੜ੍ਹ ਰਿਹਾ, ਅਸਲ ਵਿੱਚ ਉਹ ਤੂੰ ਪੜ੍ਹ ਰਿਹਾ, ਜਪ ਨਹੀਂ ਰਿਹਾ। ਜਪਿਆ ਤਾਂ ਇੱਕ ਵਾਰ ਹੀ ਜਾਂਦਾ ਹੈ, ਪੜ੍ਹਿਆ ਵਾਰ-ਵਾਰ ਜਾਂਦਾ ਹੈ। ਜਿਹੜਾ ਗੁਰਬਾਣੀ 'ਚ ਬਾਰ-ਬਾਰ ਵੀ ਗੱਲ ਕੀਤੀ ਗਈ ਹੈ, ਉਹ ਵੀ ਜਪਣ ਦੀ ਗੱਲ ਕੀਤੀ ਹੈ ਕਿ ਬਾਰ-ਬਾਰ ਸਮਝ, ਬਾਰ-ਬਾਰ ਜਾਣ ਕਿ ਗੁਰਬਾਣੀ ਕਹਿੰਦੀ ਕੀ ਹੈ, ਕੱਲੇ-ਕੱਲੇ ਬਚਨ ਤੋਂ ਬਾਰ-ਬਾਰ ਪੁੱਛ। ਸੋ ਰਾਮ ਰਾਮ ਸਭ ਕੋ ਕਹਿ, ਪਾਤਸ਼ਾਹ ਕਹਿੰਦੇ ਹੁਣ ਸਾਰੇ ਕਹੀ ਜਾਂਦੇ ਨੇ, ਪਰ ਕਹਿਆ ਰਾਮ ਨਾ ਹੋਏ। ਕਹਿੰਦੇ ਐ ਕਹਿਣ ਨਾਲ ਰਾਮ ਤਾਂ ਹੋ ਨਹੀਂ ਰਿਹਾ। ਰਾਮ ਕਹਿਣਾ ਨਹੀਂ ਸੀ, ਜੋ ਰਾਮ ਕਹਿ ਰਿਹਾ ਉਹ ਸੁਣ ਕੇ ਮੰਨਣਾ ਹੈ। ਸੁਣਿਆ, ਮੰਨਿਆ, ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾ ਹੋਆ, ਫੇਰ ਅੰਦਰ ਜਾਇਆ ਜਾਊਗਾ। ਗੁਰ ਪ੍ਰਸਾਦੀ ਰਾਮ ਮਨ ਬਸੈ, ਤਾਂ ਫਲ ਪਾਵੈ ਕੋਈ। ਹੇ ਮੇਰੇ ਮਨ, ਦੇਖ ਪਾਤਸ਼ਾਹ ਕੀ ਕਹਿੰਦੇ ਕਿ ਗੁਰ ਪ੍ਰਸਾਦੀ, ਜਿਹਦਾ ਮਨ, ਜਿਹਦੇ ਉੱਪਰ ਗੁਰ ਦੀ ਕਿਰਪਾ ਹੋ ਚੁੱਕੀ ਹੈ, ਜਿਹਦੇ ਕੋਲ ਆਤਮਿਕ ਸੁਗਿਆਨ ਹੈ, ਰਾਮ ਮਨ ਬਸੈ, ਉਹਨਾਂ ਨੂੰ ਤਾਂ ਸੋਝੀ ਆਖੀ ਕਿ ਜਿਹੜਾ ਰਾਮ ਹੈ ਉਹ ਤਾਂ ਮਨ ਦੇ ਅੰਦਰ ਹੀ ਬੈਠਾ ਹੈ। ਤੇ ਰਾਮ ਨੂੰ ਵੀ ਪਤਾ ਲੱਗ ਗਿਆ ਕਿ ਮੇਰਾ ਹੀ ਧਿਆਨ ਬਾਹਰ ਗਿਆ ਹੋਇਆ।
ਦੋਨਾਂ ਨੂੰ ਆਪਣੇ ਆਪ ਦੀ ਸੋਝੀ ਆ ਗਈ। ਮਨ ਨੂੰ ਵੀ ਪਤਾ ਲੱਗ ਗਿਆ ਕਿ ਮੇਰਾ ਮੂਲ ਕੀ ਹੈ, ਤੇ ਮੂਲ ਨੂੰ ਵੀ ਪਤਾ ਲੱਗ ਗਿਆ ਕਿ ਮੈਂ ਮਾਇਆ 'ਚ ਕਿਉਂ ਫਸਿਆ ਹੋਇਆ। ਗੁਰ ਪ੍ਰਸਾਦੀ RAM ਮਨ ਵਸੈ, ਉਹ ਮਨ ਦੇ ਅੰਦਰ ਬੈਠਾ। ਮਨ ਮਹਿ ਆਪ ਮਨ ਆਪਣੇ ਮਾਹੇ, ਤਾਂ ਫਲ ਪਾਵੇ ਕੋਈ। ਕਹਿੰਦੇ ਤਾਂ ਉਸ ਫਲ ਨੂੰ ਕੋਈ ਪ੍ਰਾਪਤ ਕਰ ਸਕਦਾ। ਫਲ ਕੀ ਹੈ? ਉਹੀ ਨਾਮ, ਤੁਰ ਕੀ ਬਾਣੀ, ਸ਼ਬਦ ਗੁਰੂ, ਆਤਮਿਕ ਸੁਗਿਆਨ। ਇਹਨੂੰ ਕੋਈ ਜੀਵ ਪਾ ਸਕਦਾ, ਪਰ ਪਾ ਉਹ ਜੀਵ ਸਕਦਾ ਜਿਹੜਾ ਆਪਣੇ ਮਨ ਨੂੰ ਆਪਣੇ ਮੂਲ ਦੇ ਨਾਲ ਇੱਕ ਕਰ ਲਵੇ। ਹੇ ਮੇਰੇ ਮਨਾ, ਅੱਗੇ ਪਾਤਸ਼ਾਹ ਕਹਿੰਦੇ ਆ 565 ਅੰਗ ਦੇ ਉੱਪਰ, ਮੁੱਖੋਂ ਹਰ ਹਰ ਸਭ ਕੋ ਕਰੈ ਵਿਰਲੇ ਹਿਰਦੇ ਵਸਾਇਆ। ਇਹਨਾਂ ਦੇ ਵਿੱਚ ਹੁਣ ਤੂੰ ਵੀ ਆਉਣਾ ਹੀ ਹੈ, ਕਿਉਂਕਿ ਤੂੰ ਵੀ ਮੁੱਖੋਂ ਹੀ ਹਰ ਹਰ ਕਰਦਾ। ਉਸ ਵੇਲੇ ਉਹ ਹਰ ਹਰ ਕਰਦੇ ਸੀ, ਤੂੰ ਵਾਹਿਗੁਰੂ ਵਾਹਿਗੁਰੂ ਕਰ ਦਿੰਦਾ। ਜਾਂ ਇੱਕ ਤੋਂ ਲੈ ਕੇ ਗੁਰਪ੍ਰਸਾਦ ਤੱਕ, ਜਾਂ ਇੱਕ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਪੜ੍ਹ ਦਿੰਦਾ, ਜਾਂ ਹੋਰ ਗੁਰਬਾਣੀ ਜਪਜੀ ਸੁਖਮਨੀ ਰਹਿ ਰਾਸ ਜੋ ਵੀ ਹੈ ਇਹ ਕੁਛ ਕਰ ਲੈਂਦਾ। ਪਰ ਤੂੰ ਵੀ ਮੁੱਖੋਂ ਹੀ ਕਰ ਰਿਹਾ, ਕਿਉਂਕਿ ਪਾਤਸ਼ਾਹ ਨੇ ਲਿਖਿਆ ਮੁੱਖੋਂ ਹਰ ਹਰ ਸਭ ਕੋ ਕਰੈ ਬਿਰਲੇ ਹਿਰਦੇ ਵਸਾਇਆ। ਕੋਈ ਬਿਰਲਾ ਜੀਵ ਹੈ ਜਿਹਨੇ ਇਸ ਗੱਲ ਨੂੰ ਹਿਰਦੇ 'ਚ ਵਸਾਇਆ, ਕਿ ਜਿਹੜਾ ਹਿਰਦੇ 'ਚ ਬੈਠਾ ਹਰ ਬੋਲ ਰਿਹਾ, ਕਿਉਂਕਿ ਬੋਲਣ ਵਾਲਾ ਤਾਂ ਹਰ ਹੈ, ਬੋਲਣ ਵਾਲਾ ਤਾਂ RAM ਹੈ, ਬੋਲਣ ਵਾਲਾ ਤਾਂ ਸਤਿਗੁਰ ਹੈ। ਸਭੈ ਘਟ RAM ਬੋਲੇ, RAM ਬਿਨਾ ਕੋ ਬੋਲੇ ਰੇ। ਉਹ ਤੋਂ ਬਿਨਾਂ ਤਾਂ ਕੋਈ ਬੋਲਦਾ ਹੀ ਨਹੀਂ। ਉਸ ਚੀਜ਼ ਨੂੰ ਸਮਝਣਾ ਸੀਗਾ। ਨਾਨਕ ਜਿਨ ਕੈ ਹਿਰਦੇ ਵਸਿਆ, ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜਿਨ੍ਹਾਂ ਦੇ ਹਿਰਦੇ 'ਚੋਂ ਵਸਿਆ ਹੋਇਆ ਜਾਣ ਲਿਆ, ਸੋਝੀ ਆ ਗਈ, ਮੋਖ ਮੁਕਤ ਤਿਨ ਪਾਇਆ। ਕਹਿੰਦੇ ਉਹਨਾਂ ਨੇ ਮੋਖ ਹੈ, ਜਿਹੜੀ ਮੁਕਤੀ ਹੈ, ਉਹਨੂੰ ਪ੍ਰਾਪਤ ਕਰ ਲਿਆ। ਭਾਵ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਸੱਚਾਈ ਆ ਹੈ, ਵਿਕਾਰ ਆ ਨੇ, ਵਿਕਾਰਾਂ ਨੂੰ ਛੱਡਤਾ, ਸੱਚਾਈ ਦੇ ਨਾਲ ਜੁੜ ਗਏ, ਮੁਕਤ ਨੇ। ਅੱਗੇ ਪਾਤਸ਼ਾਹ 1256 ਅੰਗ ਦੇ ਉੱਪਰ ਵੀ ਕਹਿੰਦੇ ਆ, ਬਿਨ ਜਿਹਬਾ ਜੋ ਜਪੈ ਹਿਆ ਏ ਕੋਈ ਜਾਣੇ ਕੈਸਾ ਨਾਉ। ਕਹਿੰਦੇ ਹੁਣ ਬਿਨ ਜਿਹਬਾ ਜੋ ਜਪੈ ਹਿਆ ਏ, ਪਾਤਸ਼ਾਹ ਕਹਿੰਦੇ ਵੀ ਜਿਹਨੂੰ ਤੁਸੀਂ ਜਿਹਬਾ ਮੰਨਦੇ ਹੋ ਇਹ ਜੀਵ ਹੈ, ਪਰ ਬਿਨ ਜਿਹਬਾ, ਹੁਣ ਇਹ ਤਾਂ ਬਿਨਾਂ ਜੀਵ ਤੋਂ ਜਪਿਆ ਜਾਂਦਾ। ਜੋ ਜਪੈ ਹਿਆ ਏ, ਅਰੇ ਜਪ ਵੀ ਹਿਰਦੇ 'ਚ ਹੁੰਦਾ, ਬਾਹਰ ਤਾਂ ਜਪ ਹੀ ਨਹੀਂ ਹੁੰਦਾ ਹੈਗਾ। ਜਪ ਹਰ ਹਿਰਦੇ ਮਾਹੇ। ਕਹਿੰਦੇ ਜਿਹੜਾ ਤੇਰਾ ਹਰਦਾ ਉਹਨੂੰ ਜਪ, ਭਾਵ ਕਿ ਉਹਨੂੰ ਸਮਝ, ਉਹਦਾ ਤੇਰੇ ਹਿਰਦੇ 'ਚ ਬੈਠਾ। ਮਨ ਨੂੰ ਸੰਬੋਧਨ ਹੈ, ਮਨ ਨੂੰ ਕਹਿੰਦੇ ਵੀ ਤੂੰ ਆਪਣੇ ਮੂਲ ਨਾਲ ਜੋੜ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸੋ ਉਹੀ ਗੱਲ ਪਾਤਸ਼ਾਹ ਇੱਥੇ ਕਹਿੰਦੇ, ਬਿਨ ਜਿਹਬਾ, ਬਿਨਾਂ ਆਪਣੀ ਅਕਲ ਤੋਂ, ਬਿਨਾਂ ਆਪਣੀ ਸੋਝੀ ਤੋਂ ਜੋ ਜਪ ਹੈ, ਜਿਹੜਾ ਆਪਣੀ ਬੁੱਧ ਨੂੰ ਤਿਆਗ ਕੇ, ਆਪਣੀ ਮੱਤ ਨੂੰ ਛੋਟੀ ਸਮਝ ਕੇ ਜਪਦਾ ਹੈ, ਸਮਝਦਾ ਆਪਣੇ ਮੂਲ ਬਾਰੇ, ਉਹ ਹਿਰਦੇ 'ਚ ਹੈ। ਉਹਨੂੰ ਜਪੇ ਹੀ ਉਦੋਂ ਜਾਂਦਾ ਜਦੋਂ ਆਪਣੀ ਸੋਚ ਛੱਡੀ ਜਾਵੇ। ਆਪ ਗਵਾਈ ਹੈ ਤਾਂ ਸਹੁ ਪਾਈ ਹੈ। ਹੇ ਮੇਰੇ ਮਨਾ, ਤੈਨੂੰ ਆਪਣਾ ਆਪ ਗਵਾਉਣਾ ਪਊਗਾ। ਕੋਈ ਜਾਣੇ ਕੈਸਾ, ਕੋਈ ਜੋ ਜੀਵ ਹੈ ਜਿਹੜਾ ਕੈਸਾ ਨਾ, ਉਹਨੂੰ ਪਤਾ ਲੱਗਦਾ ਵੀ ਇਹ ਕਿਹੋ ਜਿਹਾ ਨਾਮ ਹੈ, ਇਹ ਕਿਹੋ ਜਿਹਾ ਸੋਝੀ ਹੈ, ਕੈਸਾ ਹੁਕਮ ਹੈ, ਉਨਾ ਚਿਰ ਨਹੀਂ ਪਤਾ ਲੱਗੇਗਾ। ਜਿਵੇਂ 491 ਅੰਗ ਦੇ ਉੱਪਰ ਹੀ ਗੁਜਰੀ ਰਾਗ ਦੇ ਵਿੱਚ ਪਾਤਸ਼ਾਹ ਕਹਿੰਦੇ ਆ, ਗੁਜਰੀ ਮਹੱਲਾ ਤੀਜਾ, RAM RAM ਸਭ ਕੋ ਕਹਿ, ਕਹਿਆ RAM ਨਾ ਹੋਏ, ਗੁਰ ਪ੍ਰਸਾਦੀ RAM ਮਨ ਵਸੈ, ਤਾਂ ਫਲ ਪਾਵੈ ਕੋਏ। ਪਹਿਲਾ ਬਚਨ ਆਪਾਂ ਇਹਦੀ ਵਿਚਾਰ ਕਰ ਸਕੇ ਹਾਂ। ਉਸ ਤੋਂ ਅੱਗੇ ਬਾਦਸ਼ਾਹ ਬਚਨ ਕਰਦੇ, ਅੰਤਰ ਗੋਬਿੰਦ ਜਿਸ ਲਾਗੈ ਪ੍ਰੀਤ, ਹਰ ਤਿਸ ਕਦੇ ਨਾ ਵਿਸਰੈ, ਹਰ ਹਰ ਕਰਹਿ ਸਦਾ ਮਨ ਚੀਤ ਰਹਾਉ। ਕਿ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਜਿਹੜੀ ਬੁੱਧੀ ਨੂੰ ਸੋਝੀ ਆ ਗਈ ਆਪਣੇ ਆਪ ਦੀ, ਉਹਦੀ ਪ੍ਰੀਤ ਜੁੜ ਜਾਂਦੀ ਹੈ। ਉਹ ਫਿਰ ਕਦੇ ਬਾਹਰ ਨਹੀਂ ਦੇਖਦੀ, ਉਹ ਆਪਣੇ ਹਿਰਦੇ 'ਚ ਦੇਖਦੀ। ਉਹ ਕਹਿੰਦੀ ਬਾਹਰ ਤਾਂ ਕੁਛ ਹੈ ਹੀ ਨਹੀਂ ਹੈਗਾ, ਸਭ ਕਿਛ ਘਰ ਮੈਂ ਬਾਹਰ ਕਿਛ ਨਾ ਹੈ। ਤੇ ਦੂਸਰੇ ਪਾਸੇ ਪਾਤਸ਼ਾਹ ਰਹਾਓ ਤੋਂ ਅੱਗੇ ਜਿਹੜਾ ਬਚਨ ਕਰਦੇ ਆ, ਹੇ ਮੇਰੇ ਮਨਾ, ਉਹ ਤੇਰੇ ਵਾਸਤੇ ਹੈ, ਕਿਉਂਕਿ ਤੂੰ ਵੀ ਆਪਣੇ ਆਪ ਨੂੰ ਧਾਰਮਿਕ ਹੀ ਕਹਾਉਂਦਾ। ਪਾਤਸ਼ਾਹ ਕਹਿੰਦੇ, ਹਿਰਦੇ ਜਿਨ ਕੇ ਕਪਟ ਵਸੈ, ਬਾਹਰੋਂ ਸੰਤ ਕਹਾ। ਆ ਦੇ ਕੀ ਲਿਖਿਆ ਪਾਤਸ਼ਾਹ, ਕਿ ਉਹਨਾਂ ਦੇ ਹਿਰਦੇ 'ਚ ਕਪਟ ਹੁੰਦਾ ਹੈ, ਉਹ ਬਾਹਰੋਂ ਸੰਤ ਕਹਾਉਂਦੇ ਆ, ਜਦ ਕਿ ਸੰਤ ਸਰੂਪ ਤਾਂ ਇਹ ਆਪ ਹੀ ਹੈ। ਜਿਹੜਾ ਹਿਰਦੇ 'ਚ ਬੈਠਾ ਸੰਤ ਉਹ ਹੈ।
ਉਹੀ ਸੰਤ ਆਪਣਾ ਆਪਾ ਛੱਡ ਕੇ ਜਦੋਂ ਬਾਹਰੋਂ ਮਾਇਆ ਦੀਆਂ ਗੱਲਾਂ ਕਰਦਾ ਹੈ, ਮਾਇਆ 'ਚ ਸੰਤ ਬਣ ਕੇ ਬੈਠਦਾ ਹੈ, ਮਾਇਆ ਦਾ ਉਪਦੇਸ਼ ਦਿੰਦਾ ਹੈ, ਮਾਇਆ ਦੀਆਂ ਸਾਖੀਆਂ ਕਥਾ ਕਹਾਣੀਆਂ ਸੁਣਾ ਕੇ ਸੰਗਤ ਨੂੰ ਸੁਣਾਉਂਦਾ ਹੈ। ਜਿਹੜੇ ਸੰਸਾਰੀ ਲੋਕ ਨੇ ਉਹਨਾਂ ਦੇ ਅੱਗੇ ਸਰਵ ਕਰਦਾ, ਉਹਨਾਂ ਨੂੰ ਸੁਣਾ ਕੇ ਉਹਨਾਂ ਤੋਂ ਮਾਇਆ ਹੀ ਇਕੱਠੀ ਕਰਦਾ। ਉਹਨਾਂ ਦੀ ਗੱਲ ਕਰਦੇ ਆ ਪਾਤਸ਼ਾਹ, ਕਿਉਂਕਿ ਹਿਰਦੇ ਜਿਨ ਕੇ ਕਪਟ, ਕਪਟ ਕਾਹਦੇ ਵਾਸਤੇ ਆ? ਮਾਇਆ ਨੂੰ ਇਕੱਠੀ ਕਰਨ ਵਾਸਤੇ। ਕਿਉਂਕਿ ਜਿਹੜਾ ਸ਼ੁੱਧ ਸੰਤ ਹੈ, ਹਰ ਕਾ ਸੰਤ ਹੈ, ਜਿਹੜਾ ਦਰਗਾਹ ਚੋਂ ਪ੍ਰਵਾਨਿਤ ਹੈ, ਉਹ ਕਦੇ ਮਾਇਆ ਦੀ ਗੱਲ ਨਹੀਂ ਕਰਦਾ। ਉਹ ਸਗੋਂ ਮਾਇਆ ਤੋਂ ਰੋਕ ਲਾਉਂਦਾ ਹੈ, ਉਹ ਇਸ ਤੋਂ ਹਟਣ ਦੀ ਗੱਲ ਕਰਦਾ ਹੈ ਕਿ ਤੂੰ ਪਰੇ ਹੋ, ਆਪਣੇ ਆਪ ਨਾਲ ਜੁੜ। ਬਾਹਰੋਂ ਸੰਤ ਕਹਾਏ ਤ੍ਰਿਸ਼ਨਾ ਮੂਲ ਨ ਚੁੱਕਈ, ਅੰਤ ਗਏ ਪਛਤਾਏ। ਹੇ ਮੇਰੇ ਮਨ ਦੇਖ ਕੀ ਲਿਖਿਆ ਕਿ ਉਹਨਾਂ ਦੇ ਹਿਰਦੇ ਚੋਂ ਤ੍ਰਿਸ਼ਨਾ ਮੂਲ ਨਾ ਚੁੱਕੇ। ਉਹਨਾਂ ਦੇ ਮੂਲ ਦੇ ਅੰਦਰੋਂ ਕਦੇ ਵੀ ਤ੍ਰਿਸ਼ਨਾ ਨਹੀਂ ਜਾਂਦੀ। ਤਰੀਕਾ ਭਾਵੇਂ ਕੋਈ ਮਰਜ਼ੀ ਅਪਣਾ ਲੈਣ, ਪਰ ਵਿੱਚ ਤ੍ਰਿਸ਼ਨਾ ਹੁੰਦੀ ਹੈ। ਸੰਸਾਰ ਦੇ ਲੋਕਾਂ ਨੂੰ ਲੱਗਦਾ ਵੀ ਚੰਗੇ ਕੰਮ ਕਰਦੇ ਆ, ਭਲੇ ਦੇ ਕੰਮ ਕਰਦੇ ਆ, ਪਰ ਅੰਦਰ ਉਹਨਾਂ ਦੇ ਤ੍ਰਿਸ਼ਨਾ ਹੁੰਦੀ ਹੈ। ਕਿਉਂਕਿ ਭਲੇ ਦਾ ਕੰਮ ਕਿਸੇ ਨੂੰ ਸੁਗਿਆਨ ਦੇਣ ਤੋਂ ਬਿਨਾਂ ਹੋ ਨਹੀਂ ਸਕਦਾ। ਅੰਤ ਗਏ ਪਛਤਾਏ। ਸੱਚੇ ਪਾਤਸ਼ਾਹ ਕਹਿੰਦੇ ਅੰਤ ਗਏ, ਉਹ ਚਲੇ ਗਏ ਇੱਥੋਂ। ਪਛਤਾਏ ਉੱਥੇ ਜਾ ਕੇ, ਗਾਂਹ ਜਾ ਕੇ ਪਛਤਾਏ ਆ, ਇੱਥੇ ਨਹੀਂ ਪਛਤਾਉਂਦੇ ਹੈਗੇ। ਇੱਥੋਂ ਤਾਂ ਉਹ ਪੂਰੇ ਸ਼ਾਹੀ ਸ਼ੌਕਤ ਨਾਲ ਜਾਂਦੇ ਆ। ਸੰਸਾਰ ਉਹਨਾਂ ਦੇ ਸਰੀਰ ਛੱਡਣ ਤੋਂ ਬਾਅਦ ਵੀ ਪੂਜਾ ਕਰੀ ਜਾਂਦਾ। ਗਏ ਕੰਟੀਨਿਊ ਸ਼ਬਦ ਹੈ, ਕਿ ਜਿੱਥੋਂ ਅੱਗੇ ਜਦੋਂ ਗਏ ਉੱਥੇ ਜਾ ਕੇ ਉਹ ਫਿਰ ਪਛਤਾਏ ਨੇ, ਕਿਉਂਕਿ ਉੱਥੇ ਪਛਤਾਉਣਾ ਹੀ ਪੈਣਾ ਸੀਗਾ। ਇੱਕ ਸਹਰ ਕੇ ਨਾਮ ਬਿਨ, ਅੱਗੇ ਲਈਏ ਖੋ, ਕਹਿੰਦੇ ਦਿਖਾਓ ਜੀ ਕੀ ਹੈ ਤੁਹਾਡੇ ਕੋਲ, ਉਹ ਨਾਮ ਕਿੱਥੇ ਹੈ? ਫਿਰ ਕੋਲ ਕੁਛ ਵੀ ਨਹੀਂ ਹੈ, ਕਿਉਂਕਿ ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੈ ਜਜਮਾਨ ਲਿਆ। ਅਨੇਕ ਤੀਰਥ ਜੇ ਯਤਨ ਕਰੈ, ਤਾਂ ਅੰਤਰ ਕੀ ਹਉਮੈ ਕਦੇ ਨਾ ਜਾਏ। ਹੇ ਮੇਰੇ ਮਨਾ ਦੇਖ ਲਾ ਕੀ ਲਿਖਿਆ ਤੈਨੂੰ, ਕਿਤੇ ਅਨੇਕ ਤੀਰਥ ਜੇ ਯਤਨ ਕਰੈ। ਤੂੰ ਹਰੇਕਾਂ ਤੀਰਥਾਂ ਤੇ ਜਾਣਾ, ਤੂੰ ਵੀ ਤਾਂ ਜਾਂਦਾ ਹੀ ਹੈ। ਜੇ ਉਸ ਵੇਲੇ ਉਹ ਜਾਂਦੇ ਸੀ, ਅੱਜ ਤੂੰ ਵੀ ਜਾਂਦਾ ਵੀ ਉੱਥੇ ਚੱਲੀਏ, ਉੱਥੇ ਐਂ ਹੋ ਜਾਂਦਾ, ਉੱਥੇ ਆਹ ਸੁੱਖ ਪੂਰੀ ਹੋ ਜਾਂਦੀ ਹੈ, ਉੱਥੇ ਆਹ ਫਲ ਮਿਲ ਜਾਂਦਾ। ਇਹ ਕੁਛ ਤੂੰ ਵੀ ਕਰ ਰਿਹਾ, ਪਰ ਤੇਰੇ ਤੇ ਵੀ ਗੱਲ ਲਾਗੂ ਹੁੰਦੀ ਹੈ। ਫਿਰ ਤੂੰ ਯਤਨ ਵੀ ਕਰਦਾ ਵੀ ਮੈਨੂੰ ਆਹ ਮਿਲ ਜਾਵੇ, ਇੱਥੋਂ ਬੈਠ ਕੇ ਐਂ ਕਰਾਂ, ਮੈਂ ਇੱਥੇ ਬੈਠ ਕੇ ਐਂ ਕਰਾਂ। ਤਾਂ ਅੰਤਰ ਕੀ ਹਉਮੈ ਕਦੇ ਨਾ, ਪਾਤਸ਼ਾਹ ਕਹਿੰਦੇ ਇਸ ਤਰੀਕੇ ਨਾਲ ਕਦੇ ਹਉਮੈ ਜਾ ਹੀ ਨਹੀਂ ਸਕਦੀ। ਜਿਸ ਨਰ ਕੀ ਦੁਬਿਧਾ ਨਾ ਜਾਏ, ਧਰਮ ਰਾਏ ਤਿਸ ਦੇਹ ਸਜਾਏ। ਕਹਿੰਦੇ ਜਿਸ ਜੀਵ ਦੀ, ਨਰ ਹੁੰਦਾ ਜੀਵ ਦੀ, ਦੁਬਿਧਾ ਹੀ ਨਹੀਂ ਜਾ ਰਹੀ, ਭਾਵ ਕਿ ਦੋਨੇ ਹੀ ਇੱਕ ਦੂਜੇ ਤੋਂ ਵਿਰੁੱਧ ਨੇ। ਆਤਮਾ ਕੁਛ ਹੋਰ ਕਹਿੰਦੀ ਹੈ, ਪ੍ਰਾਤਮਾ ਕੁਛ ਹੋਰ ਕਹਿੰਦੀ ਹੈ। ਦੋਨਾਂ ਦੀ ਦੁਬਿਧਾ ਨਹੀਂ ਜਾ ਰਹੀ। ਧਰਮ ਰਾਏ, ਫਿਰ ਕਹਿੰਦੇ ਸੱਚ ਦੀ ਸੋਝੀ ਕਿੱਥੋਂ ਆਊਗੀ? ਧਰਮ ਰਾਏ ਆ ਸੱਚ ਦਾ ਗਿਆਨ, ਰਾਏ ਹੁੰਦਾ ਰਾਜਾ, ਧਰਮ ਹੁੰਦਾ ਸੱਚ। ਤਿਸ ਦੇਹ ਸਜਾਏ, ਕਹਿੰਦੇ ਫਿਰ ਜਿਹੜਾ ਸੱਚ ਹੈ, ਹੁਕਮ ਹੈ, ਫਿਰ ਇਹਨੂੰ ਸਜ਼ਾ ਮਿਲਦੀ ਹੈ ਉਹਦੀ, ਹੁਕਮ ਨਾ ਮੰਨਣ ਦੀ। ਕਿ ਤੂੰ ਹੁਕਮ ਨੂੰ ਕਿਉਂ ਨਹੀਂ ਮੰਨ? ਕਿਉਂਕਿ ਹੁਕਮ ਮੰਨਣਾ ਹੀ ਤਾਂ ਨਾਮ ਜਪਣਾ, ਹੁਕਮ 'ਚ ਰਹਿਣਾ ਹੀ ਤਾਂ ਨਾਮ 'ਚ ਰਹਿਣਾ, ਭਗਤੀ 'ਚ ਰਹਿਣਾ, ਬੰਦੀ 'ਚ ਰਹਿਣਾ। ਹੁਕਮ ਇਹ ਮੰਨ ਨਹੀਂ ਰਿਹਾ, ਕਿਸੇ ਸ਼ਬਦ ਨੂੰ ਬਾਰ-ਬਾਰ ਪੜ੍ਹ ਰਿਹਾ, ਇਹ ਬਾਰ-ਬਾਰ ਪੜ੍ਹਨ ਨੂੰ ਤੂੰ ਤਾਂ ਨਾ ਮੰਨ ਲਿਆ, ਪਰ ਜਿਹੜਾ ਉਹ ਸ਼ਬਦ ਜਿਹਨੂੰ ਤੂੰ ਵਾਰ-ਵਾਰ ਪੜ੍ਹਦਾ, ਉਹ ਤੈਨੂੰ ਕੁਛ ਕਹਿੰਦਾ, ਉਹ ਤੂੰ ਮੰਨ ਨਹੀਂ ਰਿਹਾ। ਗੱਲ ਤਾਂ ਉਹਨੂੰ ਮੰਨਣ ਦੀ ਸੀ। ਹੁਕਮ ਮੰਨਿਆ ਹੋਵੇ ਪ੍ਰਮਾਣ ਹੈ, ਤਾਂ ਖਸਮੇ ਕਾ ਮਹਿਲ ਪਾਏ ਸੀ ਹੈ। ਕਰਮ ਹੋਵੇ ਸੋਈ ਜਨ ਪਾਏ, ਗੁਰਮੁਖ ਬੂਝੈ ਕੋਈ। ਕਹਿੰਦੇ ਕਰਮ ਹੋਵੇ, ਕਹਿੰਦੇ ਜਦੋਂ ਆਪਣੀ ਸੋਚ ਬਿਲਕੁਲ ਸ਼ੁੱਧ ਹੋਵੇ, ਉਹੀ ਕਿਰਪਾ ਹੁੰਦੀ ਹੈ। ਸੋਈ ਜਨ ਪਾਏ, ਕਹਿੰਦੇ ਉਹੀ ਜਨ ਇਸ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ। ਗੁਰਮੁਖ ਬੂਝੈ ਕੋਈ, ਕਹਿੰਦੇ ਉਹ ਗੁਰਮੁਖ ਹੈ, ਉਹਦੇ ਕੋਲ ਉਹਦੀ ਬੁੱਧੀ ਵਿਵੇਕ ਬੁੱਧ ਹੈ, ਉਹਨੇ ਬੁੱਝ ਲਈ ਗੱਲ। ਤੇ ਕੋਈ ਹੁੰਦਾ, ਬਿਰਲਾ ਹੁੰਦਾ, ਸਾਰੇ ਨਹੀਂ ਹੁੰਦੇ। ਨਾਨਕ ਵਿੱਚੋਂ ਹਉ ਮੈਂ ਮਾਰੈ, ਤਾਂ ਹਰ ਭੇਟੈ ਸੋਏ। ਨਾਨਕ ਜੀ ਕਹਿੰਦੇ ਜਿਹਨੇ ਵੀ ਆਪਣੇ ਅੰਦਰੋਂ ਹਉਮੈ ਮਾਰਤੀ, ਹਉ ਤੇ ਮੈਂ ਦੋ ਚੀਜ਼ਾਂ ਨੇ, ਜਿਹੜਾ ਮੂਲ ਹੈ ਉਹਨੂੰ ਹਉ ਹੈ, ਜਿਹੜਾ ਮਨ ਹੈ ਉਹਨੂੰ ਮੈਂ, ਦੋਨੇ ਖਤਮ ਹੋ ਜਾਣ। ਹਾਂ ਮੈਂ ਵਿੱਚੋਂ ਜਾਏ, ਵਿੱਚੋਂ ਹੀ ਖਤਮ ਕਰ ਦੇਣ ਦੋਏ ਜਾਣੇ, ਤਾਂ ਹਰ ਭੇਟੈ ਸੋਈ। ਫਿਰ ਜਿਹੜਾ ਸ਼ਬਦ ਗੁਰੂ ਹੈ ਉਹਦੇ ਨਾਲ ਸੁਰਤ ਦਾ ਮੇਲ ਹੋ ਜਾਂਦਾ। ਸ਼ਬਦ ਸੁਰਤ ਭਵ ਸਾਗਰ ਤਰੀ ਹੈ। ਅੰਗ 432 ਉੱਪਰ ਪਾਤਸ਼ਾਹ ਇੱਕ ਬੜਾ ਹੀ ਹੈਰਾਨੀਜਨਕ ਵਚਨ ਕਰਦੇ ਹੈ। ਕਹਿੰਦੇ ਈਵੜੀ ਆਦ ਪੁਰਖ ਹੈ ਦਾਤਾ, ਆਪੇ ਸੱਚਾ ਸੋਈ। ਈੜੀ ਅੱਖਰ ਦੇ ਅੰਦਰ ਉਪਦੇਸ਼ ਦਿੰਦੇ ਆ, ਆਦ ਪੁਰਖ ਹੈ ਦਾਤਾ। ਕਹਿੰਦੇ ਜਿਹੜਾ ਮਾਇਆ ਦੇ ਵਿੱਚ ਤੇਰਾ ਮੂਲ ਆਇਆ ਹੋਇਆ, ਇਹੀ ਆਦ ਪੁਰਖ ਹੈ। ਜਿਹੜਾ ਸੱਚਖੰਡ ਵਿੱਚ ਹੈ ਉਹ ਕਰਤਾ ਪੁਰਖ ਹੈ।
ਜਿਹੜੀਆਂ ਜੋਤਾਂ ਸੱਚਖੰਡ ਦੇ ਅੰਦਰ ਨੇ ਕਰਤੀਆਂ ਨੇ, ਉਹ ਸਾਰੇ ਹੀ ਕਰਤੇ ਨੇ, ਉਹ ਪੁਰਖ ਨੇ, ਉਹ ਪੂਰੇ ਨੇ, ਉਹਨਾਂ ਵਰਗਾ ਹੀ ਤੈਂ ਬਣਨਾ ਹੈ। ਪਰ ਤੂੰ ਆਦਿ ਪੁਰਖ ਹੈ, ਕਿਉਂਕਿ ਤੇਰਾ ਆਦਿ ਅੰਤ ਹੈ, ਤੂੰ ਸੰਸਾਰ 'ਚ ਰਹਿ ਰਿਹਾ। ਆਦਿ ਪੁਰਖ ਹੈ, ਦਾਤਾ ਤੂੰ ਵੀ ਦਾਤਾ ਹੀ ਆ, ਆਪੇ ਸੱਚਾ ਸੋਈ। ਪਰ ਤੂੰ ਆਪਣੇ ਆਪ ਨੂੰ ਜਾਣ ਤਾਂ ਸਹੀ। ਜਦ ਤੂੰ ਆਪਣੇ ਆਪ ਨੂੰ ਜਾਣ ਲੇਗਾ ਫਿਰ ਤੂੰ ਸੱਚਾ ਸੋਈ ਹੈ, ਫਿਰ ਤੈਨੂੰ ਸੱਚੇ ਦੀ ਸੋਭਾ ਆ ਜਾਣੀ ਹੈ। ਇਹਨਾਂ ਅੱਖਰਾਂ ਮੈਂ ਜੋ ਗੁਰਮੁਖ ਬੁੱਝੈ ਤੇ ਸਿਰ ਲਿਖ ਨਾ ਹੋਈ। ਅਸੀਂ ਤੈਨੂੰ ਕੁਝ ਅੱਖਰਾਂ 'ਚ ਲਿਖ ਕੇ ਦਿੱਤਾ ਹੈ। ਇਹਨਾਂ ਅੱਖਰਾਂ ਮੈਂ, ਇਹਨਾਂ ਅੱਖਰਾਂ ਦੇ ਵਿੱਚ ਵਾਪ ਕੇ ਗੁਰਬਾਣੀ ਦੇ ਵਿੱਚ ਕੁਝ ਲਿਖ ਕੇ ਦਿੱਤਾ ਗਿਆ। ਜੋ ਗੁਰਮੁਖ ਬੁੱਝੈ, ਜਿਹੜੀ ਬੁੱਧੀ ਸੁਗਿਆਨ ਪ੍ਰਾਪਤ ਕਰ ਲਵੇ, ਇਹਦੇ ਵਿੱਚੋਂ ਕੁਝ ਬੁੱਝ ਲਵੇ, ਤਿਸ ਸਿਰ ਲੇਖ ਨਾ ਹੋਈ, ਉਹ ਲੇਖੇ ਤੋਂ ਬਾਹਰ ਹੋ ਜਾਂਦੀ ਹੈ। ਨਹੀਂ, ਇਹ ਜੀਵ ਲੇਖੇ 'ਚ ਹੀ ਫਸਿਆ ਰਹਿੰਦਾ ਹੈ। ਇਹ ਆਪਣੀ ਸੋਚ ਦੇ ਅੰਦਰ ਫਸਿਆ ਰਹਿੰਦਾ, ਇਹਦੀ ਸੋਚ ਹੀ ਇਹਦਾ ਲੇਖਾ ਹੈ। ਉਨਾ ਚਿਰ ਹੇ ਮੇਰੇ ਮਨਾ ਤੂੰ ਲੇਖੇ 'ਚ ਜੀਵਨ ਕੱਢੇਗਾ। ਜਦੋਂ ਤੂੰ ਆਪਣੀ ਸੋਚ ਛੱਡ ਕੇ ਗੁਰ ਕੇ ਭਾਣੇ ਵਿੱਚ ਆ ਜਾਏਗਾ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਜੇ ਤੂੰ ਗੁਰ ਕੇ ਭਾਣੇ 'ਚ ਆ ਜਾਵੇ ਫਿਰ ਤੂੰ ਉਹਨਾਂ ਦਾ ਸਖਾ ਵੀ ਹੈ, ਬੰਧਪ ਵੀ ਹੈ, ਭਾਈ ਵੀ ਹੈ। ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਜੇ ਤੂੰ ਆਪਣੀ ਸੋਚ ਮੁਤਾਬਕ ਚੱਲੇਗਾ ਫਿਰ ਵਿਛੜੇਗਾ, ਵਿਛੜਿਆ ਤੂੰ ਰਹਿਣਾ ਹੀ ਹੈ। ਫਿਰ ਸੰਸਾਰ ਦੇ ਵਿੱਚ ਬਾਰ-ਬਾਰ ਸਰੀਰ ਧਾਰਨਾ ਪਵੇਗਾ। ਸੋ ਇੱਥੋਂ ਤੱਕ ਇਹ ਵਿਚਾਰ ਜੋ ਗੁਰ ਕਿਰਪਾ ਦੁਆਰਾ ਆਪਾਂ ਕੀਤੀ ਹੈ ਕਿ ਇੱਕ ਵਾਰ ਜਪਣ ਬਾਰੇ ਗੁਰਬਾਣੀ ਕੀ ਸੰਕੇਤ ਦਿੰਦੀ ਹੈ, ਬਾਰ-ਬਾਰ ਜਪਣ ਬਾਰੇ ਗੁਰਬਾਣੀ ਕੀ ਸੰਕੇਤ ਦਿੰਦੀ ਹੈ। ਸੋ ਇਹਨਾਂ ਦੇ ਵਿੱਚੋਂ ਤੁਸੀਂ ਆਪ ਸਾਰਿਆਂ ਨੇ ਪੜਚੋਲ ਕਰਨੀ ਹੈ ਸਵੈਮ ਆਪਣੇ ਆਪ ਤੇ, ਕਿ ਗੁਰਬਾਣੀ ਕੀ ਕਹਿ ਰਹੀ ਹੈ, ਕਿ ਹੇ ਮੇਰੇ ਮਨਾ ਤੂੰ ਕਰ ਕੀ ਰਿਹਾ। ਜੇ ਤੂੰ ਗੁਰਬਾਣੀ ਦੇ ਅਨੁਸਾਰ ਚੱਲਣ ਲੱਗ ਜਾਵੇਂ ਤਾਂ ਜੀਵਨ ਦੇ ਵਿੱਚ ਸਫਲ ਹੈ। ਜੇ ਗੁਰਬਾਣੀ ਤੋਂ ਬਾਹਰ ਚੱਲੇਗਾ ਫਿਰ ਜੀਵਨ ਅਧੂਰਾ ਰਹਿ ਜਾਵੇਗਾ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ